ਦੀ ਕੁਰਬਾਨੀ ਕਰਕੇ ਅੱਜ ਅਸੀਂ ਆਜ਼ਾਦ ਘੁੰਮ ਰਹੇ ਨੇ। ਆਜ਼ਾਦ ਖਿਆਲਾਂ ਦੀ ਗੱਲ ਹੋ ਰਹੀ ਹੈ, ਆਜ਼ਾਦ ਦੇਸ਼ ਦੀ ਗੱਲ ਹੋ ਰਹੀ ਹੈ। ਅਜੀਤ ਸਿੰਘ ਨੇ ਵੀ 1906 ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਸੀ। ਲੰਬਾ ਸੰਘਰਸ਼ ਚੱਲਿਆ ਹੀ ਅੱਜ ਇੱਕ ਵਾਰ ਫਿਰ ਇਤਿਹਾਸ ਆਪਣੇ ਆਪ ਨੂੰ ਦਰਿਆ ਰਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਆਪਣੀ ਨਸਲ ਤੇ ਫਸਲ ਨੂੰ ਲੈ ਕੇ ਹੀ ਦੇਸ਼ ਦਾ ਕਿਸਾਨ ਸੈਂਟਰ ਸਰਕਾਰ ਅੱਗੇ ਅਪੀਲਾਂ ਕਰ ਰਿਹਾ ਕਿ ਜਿਹੜੇ ਖੇਤੀਬਾੜੀ ਕਾਨੂੰਨ ਤੁਸੀਂ ਪਾਸ ਕੀਤੇ ਨੇ, ਕਿਰਪਾ ਕਰਕੇ ਉਹਨਾਂ ਨੂੰ ਰੱਦ ਕਰ ਦਿਓ ਜੇ ਦੇਸ਼ ਦੀ ਨਸਲ ਤੇ ਫਸਲ ਨੂੰ ਬਚਾਉਣਾ। ਅੱਜ ਕਿਸਾਨ ਅੰਦੋਲਨ ਵੱਲੋਂ ਜਿਹੜੇ ਜਥੇਬੰਦੀਆਂ ਵੱਲੋਂ ਉਹ ਦੇਸ਼ ਭਰ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਨਾਂ ਦੇ ਆਈਡੀਏ, ਉਹਨਾਂ ਦੇ ਸਿਧਾਂਤ, ਉਹਨਾਂ ਦੇ ਫਲਸਫੇ ਨੂੰ ਲੈ ਕੇ ਅੱਜ ਦਿਨ ਮਨਾ ਰਹੇ ਨੇ। ਤੇ ਕੀ ਦਿੱਲੀ 'ਚ ਬੈਠੀ ਸਰਕਾਰ ਅੱਜ ਜਿਹੜੇ ਸਾਡੇ ਆਜ਼ਾਦੀ ਦੇ ਪ੍ਰਵਾਨੇ ਸੀ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣਿਆ ਹੈਗਾ, ਕੀ ਉਹਨਾਂ ਨੂੰ ਸਮਰਪਿਤ ਕੁਛ ਐਲਾਨ ਕਰ ਸਕਦੀ ਹੈ? ਕਿਤੇ ਇਹ ਤਾਂ ਨਹੀਂ ਹੈ ਕਿ ਸਿਰਫ ਇਹਨਾਂ ਜਿਹੜੇ ਪ੍ਰਵਾਨਿਆਂ ਨੂੰ ਲੈ ਕੇ ਸੂਬਾ ਭਰ ਦੀਆਂ ਸਰਕਾਰਾਂ ਤੇ ਸੈਂਟਰ ਸਰਕਾਰਾਂ ਜਾਂ ਉਹਨਾਂ ਦੇ ਜਨਮ ਦਿਨ ਤੇ ਜਾਂ ਉਹਨਾਂ ਦੀ ਸ਼ਹਾਦਤ ਤੇ 2 ਦਿਨ ਦਾ 2 ਕੀ ਪਲ ਵਾਸਤੇ ਉਹਨਾਂ ਨੂੰ ਯਾਦ ਕਰਦੇ ਨੇ ਤੇ ਬਾਕੀ 363 ਦਿਨ ਵੈਸੇ ਹੀ। ਤੇ ਇਸ ਮਤਲਬ ਕਿ ਅਸੀਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਤੋਂ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਅਤੇ ਲੇਖਕ ਸਰਦਾਰ ਕੁਲਬੀਰ ਸਿੰਘ ਸਿੱਧੂ, ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਉੱਪਰ ਕਿਤਾਬ ਵੀ ਲਿਖੀ। ਉਹਨਾਂ ਦੇ ਨਾਲ ਹੀ ਚਰਚਾ ਕਰਾਂਗੇ ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਕਿੰਨੀ ਲੋੜ ਸੀ, ਉਹਨਾਂ ਦੇ ਆਈਡੀਏ ਕਿੰਨੇ ਇੰਪੋਰਟੈਂਟ ਸੀ, ਉਹਨਾਂ ਦੇ ਫਲਸਫੇ ਕਿੰਨੇ ਇੰਪੋਰਟੈਂਟ ਸੀ, ਉਹਨਾਂ ਦੇ ਸਿਧਾਂਤ ਕਿੰਨੇ ਇੰਪੋਰਟੈਂਟ ਸੀ। ਵੱਖਰੀ ਗੱਲ ਆ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਅੱਜ ਵੀ ਜੀਂਦਾ, ਪਰ ਅਸੀਂ ਉਸ ਸੋਚ ਤੇ ਪੈਰਾ ਨਹੀਂ ਦੇ ਰਹੇ। ਸੋ ਸਭ ਕੀ ਲੱਗਦਾ ਹੈ ਜੀ? ਮੈਂ ਹਾਲਾਂਕਿ ਬਹੁਤ ਲੰਮੀ ਚੌੜੀ ਭੂਮਿਕਾ ਵਰਤੀ ਹੈਗੀ ਆ, ਪਰ ਅੱਜ ਦੇ ਮਤਲਬ ਕਿਉਂਕਿ ਉਹਨਾਂ ਨੇ ਭਗਤ ਸਿੰਘ ਨੇ ਕਿਸਾਨੀ ਦੀ ਵੀ ਬਹੁਤ ਗੱਲ ਕੀਤੀ ਜੀ। ਸਭ ਤੋਂ ਪਹਿਲਾਂ ਤਾਂ ਮੈਂ ANB ਦੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ, ਔਰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਇਹਨਾਂ ਤਿੰਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਤੇ ਖਰਾਜੇ ਅਕੀਦਤ ਵਜੋਂ ਸ਼ਿਵ ਕੁਮਾਰ ਬਟਾਲਵੀ ਦੇ ਸ਼ਬਦਾਂ 'ਚ ਕਹਿਣਾ ਚਾਹਾਂਗਾ ਜੀ, ਜੋਬਨ ਰੁੱਤੇ ਜੋ ਵੀ ਮਰਦਾ ਉਹ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਜੋ ਮਰਦੇ ਉਹ ਆਸ਼ਿਕ ਜਾਂ ਭਾਗਾਂ ਵਾਲਾ। ਤਾਂ ਉਸ ਦੇ ਲਿਹਾਜ਼ ਨਾਲ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਇਹਨਾਂ ਨੂੰ ਆਪਾਂ ਹੀਰੋ ਵਰਸ਼ਿਪਿੰਗ ਕਰਦੇ ਹਾਂ। ਬੜੀ ਅੱਛੀ ਗੱਲ ਹੈ ਕਿਸੇ ਕੌਮ ਦੇ ਲਈ ਆਪਣੇ ਸ਼ਹੀਦਾਂ ਮਰੀਦਾਂ ਨੂੰ ਯਾਦ ਕਰਨਾ, ਬਹੁਤ ਵਧੀਆ ਸੋਹਣੀ ਗੱਲ ਹੈ। ਪਰ ਅਸੀਂ ਕਿਤੇ ਨਾ ਕਿਤੇ ਹੀਰੋ ਵਰਸ਼ਿਪਿੰਗ ਦੇ ਵਿੱਚ ਉਹਨਾਂ ਦੇ ਵਜੂਦ ਨੂੰ, ਉਹਨਾਂ ਦੀਆਂ ਕੁਰਬਾਨੀਆਂ ਨੂੰ, ਉਹਨਾਂ ਦੀ ਫਿਲਾਸਫੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਔਰ ਉਸ ਦਾ ਇੱਕ ਵੱਡਾ ਕਾਰਨ ਇਹ ਹੈ, ਅਕਿਰਤ ਘੰਟਾ ਤਾਂ ਹੈ ਹੀ ਹੈ ਜੀ, ਅਹਿਸਾਨ ਫਰਮੋਸ਼ੀ ਤਾਂ ਹੈ ਹੀ ਹੈ ਜੀ, ਪਰ ਇਸ ਦੇ ਨਾਲ ਇਹ ਹੈ ਕਿ ਉਹਨਾਂ ਦਾ ਮਾਰਗ ਬੜਾ ਕਠਿਨ ਸੀ ਜੀ। ਤੇ ਉਹ ਮਾਰਗ ਨੂੰ ਯਾਦ ਕਰਦੇ, ਭਾਵੇਂ ਉਹ ਤੁਸੀਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਲੈ ਲਓ, ਹੋਰਾਂ ਸ਼ਹੀਦਾਂ ਮਰੀਦਾਂ ਦਾ ਲੈ ਲਓ, ਅੱਜ ਇਹਨਾਂ ਸ਼ਹੀਦਾਂ ਦੀ ਗੱਲ ਕਰ, ਇਹ ਉਸ ਕਠਿਨ ਮਾਰਗ ਤੋਂ ਚੱਲਣ ਤੋਂ ਅਸੀਂ ਗੁਰੇਜ਼ ਕਰਦੇ ਹਾਂ, ਸੁੱਖ ਸਾਧਨਾ ਵਿੱਚ ਪਏ ਹਾਂ, ਆਜ਼ਾਦੀ ਮਾਣ ਰਹੇ ਹਾਂ ਤੇ ਭੁੱਲ ਚੁੱਕੇ ਹਾਂ। ਹਾਂ, ਵਰੇ ਛਮਾਈ ਆਪਣੇ ਗੁਰਪੁਰਬ ਮਨਾਉਂਦੇ ਹੋਏ, ਅਜਿਹੇ ਦਿਹਾੜੇ ਮਨਾਉਂਦੇ ਹੋਏ ਅਸੀਂ ਉਹਨਾਂ ਸ਼ਹੀਦਾਂ ਦੇ ਬਾਰੇ ਸ਼ੇਅਰ ਬੋਲਦੇ ਹਾਂ, ਗੁਰਬਾਣੀ ਦੀਆਂ ਤੁਕਾਂ ਬੋਲਦੇ ਹਾਂ, ਪਰ ਅਮਲ ਨਹੀਂ ਕਰਦੇ। ਇਹ ਮੇਰਾ ਪਹਿਲਾ ਪੁਆਇੰਟ ਹੈ। ਇਹ ਮੇਰਾ ਇਹ ਕਿ ਅੱਜ ਕਿਉਂਕਿ ਭਗਤ ਸਿੰਘ ਹੋਣਾ ਨੇ ਵੀ ਬੜੇ ਕਿਰਤੀ ਕਿਸਾਨ ਦੀ ਗੱਲ ਕੀਤੀ, ਉਹਨਾਂ ਦੇ ਚਾਚਾ ਜੀ ਤੇ ਇੱਕ ਵੱਖਰਾ ਰੋਲ ਰਿਹਾ ਹੈ। ਅੱਜ ਵੀ ਜਿਹੜਾ ਦੇਸ਼ ਦਾ ਅੰਦਾਤਾ, ਜਿਹੜਾ ਧਰਤੀ ਪੁੱਤਰ ਆ, ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਹੈਗਾ ਜੀ। ਵੱਖਰੀ ਗੱਲ ਕਿ ਸਾਡੇ ਕੋਲ ਇਹ ਪ੍ਰਵਾਨੇ ਨਹੀਂ ਨੇ, ਲੇਕਿਨ ਉਹਨਾਂ ਦੀ ਸੋਚ ਜਿੰਦਾ, ਉਹ ਸੋਚ 'ਤੇ ਅੱਜ ਵੀ ਪਹਿਰਾ ਦਿੱਤਾ ਜਾ ਰਿਹਾ ਹੈ। ਪਰ ਸਾਡੀਆਂ ਜਿਹੜੀਆਂ ਸਰਕਾਰਾਂ, ਕੋਈ ਭਾਰਤੀ ਸਰਕਾਰ ਹੋ, ਤਾਂ ਲੱਗਦਾ ਕਿ ਇਹਨਾਂ ਦੇ ਅਮਲ ਕਰਦੀਆਂ ਨੇ ਜਾਂ ਜਿਹੜੇ ਲੋਕ ਹਿੱਤ ਫੈਸਲੇ ਹੁੰਦੇ ਨੇ। ਪਹਿਲੀ ਗੱਲ ਤਾਂ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਸਰਦਾਰ ਅਜੀਤ ਸਿੰਘ ਸਾਹਿਬ, ਜਿਹੜੇ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਨ, ਅਸੀਂ ਉਹਨਾਂ ਨੂੰ ਜਦੋਂ ਤੋਂ ਤਕਰੀਬਨ ਕਿਸਾਨ ਅੰਦੋਲਨ ਦਿੱਲੀ ਨਹੀਂ, ਦਿੱਲੀ ਤੋਂ ਉਰਾਂ ਆਪਣੇ ਪੰਜਾਬ 'ਚ ਹੀ ਸ਼ੁਰੂ ਹੋਇਆ, ਕਿਉਂਕਿ ਉਹ ਵੀ ਉਸ ਵੇਲੇ ਦੇ 1906-07 ਦੇ ਜਿਹੜੇ 3 ਲਾਅ ਪਾਸ ਹੋਏ ਸੀ, ਲਾਇਲਪੁਰ 12 ਜਿਹੜੀਆਂ ਡਿਵੈਲਪ ਕੀਤੀਆਂ ਗਈਆਂ ਸੀ, ਉੱਥੇ ਅੰਗਰੇਜ਼ਾਂ ਨੇ ਆਪਣੇ ਪੰਜਾਬੀਆਂ ਨੂੰ ਇੱਧਰੋਂ ਬੁਲਾ ਕੇ ਤੇ ਉਹ 12 ਤਾਂ ਡਿਵੈਲਪ ਕਰਾ ਲਈਆਂ, ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਟਾਈਟਲ ਦੇਣ ਦਾ ਮਸਲਾ ਸੀ, ਉਹਨਾਂ ਦੇ ਮਾਲਕੀ ਦੇਣ ਦਾ ਮਸਲਾ ਸੀ,
ਉਦੋਂ ਉਹਨਾਂ ਨੇ ਕਾਨੂੰਨ ਦੇ ਵਿੱਚ ਇਹ ਕਹਿ ਦਿੱਤਾ ਕਿ ਇਹਦਾ ਜਿਹੜਾ ਪਹਿਲਾ ਮਾਲਕ ਹੋਏਗਾ ਉਹ ਕਰਾਊਨ ਹੋਏਗਾ, ਕਿੰਗ ਐਂਪਰਰ ਹੋਏਗਾ। ਤਾਂ ਉਹ 11 ਮਹੀਨੇ ਅੰਦੋਲਨ ਚੱਲਿਆ ਸੀ ਤੇ ਉਸ ਦੇ ਵਿੱਚ ਬਾਂਕੇ ਦਿਆਲ ਦਾ ਜਿਹੜਾ ਇੱਕ ਗੀਤ ਸੀ, ਪਗੜੀ ਸੰਭਾਲੋ ਜੱਟਾਂ, ਤਾਂ ਉਹ ਅਸੀਂ ਅੱਜ ਵੀ ਉਹਦੀ ਗੱਲ ਕਰਦੇ ਹਾਂ। ਪਰ ਜਦੋਂ ਅਸੀਂ ਸਰਦਾਰ ਅਜੀਤ ਸਿੰਘ ਦੀ ਤੇ ਫਿਰ ਅੱਗੇ ਤੁਸੀਂ ਪੁੱਛਿਆ ਵੀ ਸਰਦਾਰ ਭਗਤ ਸਿੰਘ ਕਿਸ ਤਰ੍ਹਾਂ ਰਿਲੇਟਡ ਸਨ ਇਹਦੇ ਕਿਸਾਨ ਅੰਦੋਲਨ ਨਾਲ, ਤਾਂ ਮੈਂ ਤੁਹਾਨੂੰ ਉਹਨਾਂ ਦਾ ਥੋੜ੍ਹਾ ਜਿਹਾ ਪਿਛੋਕੜ ਵਿੱਚ ਲੈ ਜਾਣਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਉਹਨਾਂ ਦੇ ਬਾਰੇ ਦੱਸਣ ਵਾਲੀ ਇਹ ਹੈ ਕਿ ਸਰਦਾਰ ਭਗਤ ਸਿੰਘ 1907 ਦੇ ਜਨਮੇ। ਉਹਨਾਂ ਤੋਂ ਸਾਰੇ ਹੀ 5 ਮਹੀਨੇ ਵੱਡੇ ਸੀ ਸੁਖਦੇਵ ਤੇ ਉਹਨਾਂ ਤੋਂ 11 ਮਹੀਨੇ ਛੋਟੇ ਸੀ ਸਰਦਾਰ ਭਗਤ ਸਿੰਘ ਤੋਂ ਰਾਜਗੁਰੂ। ਕਹਿਣ ਦਾ ਮਤਲਬ ਸਾਰੇ ਹੀ 24ਵੇਂ ਸਾਲ ਤੋਂ ਥੱਲੇ ਵਿੱਚ ਸਨ ਜਦੋਂ ਉਹਨਾਂ ਨੇ ਸ਼ਹੀਦੀ ਦਿੱਤੀ। ਉਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਪਾਰਟੀ ਐਸੋਸੀਏਸ਼ਨ ਬਣਾਈ ਸੀ, ਉਹ ਚੱਲੀ ਹੀ ਕਿਸਾਨ ਲਹਿਰ ਤੋਂ ਸੀ ਤੇ ਕਿਸਾਨਾਂ ਦੇ ਬਿਹਤਰੀ ਵਾਸਤੇ ਚੱਲੀ ਸੀ। ਉਸ ਦਾ ਜਿਹੜਾ ਬੇਸ ਸੀ, ਮੂਲ ਆਧਾਰ ਸੀ, ਉਹ ਚਾਚਾ ਅਜੀਤ ਸਿੰਘ ਦਾ, ਉਹਨਾਂ ਦੇ ਚਾਚਾ ਸਵਰਨ ਸਿੰਘ ਦਾ ਤੇ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦਾ, ਉਹਦੇ ਪਿੱਛੇ ਬੜਾ ਵੱਡਾ ਹੱਥ ਸੀ। ਤਾਂ ਸਰਦਾਰ ਭਗਤ ਸਿੰਘ ਦੀ ਇਸ ਲੰਬੀ ਚੌੜੀ ਫਿਲਾਸਫੀ 'ਤੇ ਨਹੀਂ ਜਾਂਦਾ। ਅਸੀਂ ਉਹਨਾਂ ਦਾ ਬੰਬਾਂ ਪਿਸਤੌਲਾਂ ਵਾਲਾ ਰੂਪ ਹੀ ਸਾਹਮਣੇ ਰੱਖਦੇ ਹਾਂ, ਬੜਾ ਸਾਨੂੰ ਲੁਭਾਵਣਾ ਲੱਗਦਾ। ਪਰ ਮੰਨੋਗੇ ਕਿ 60-70 ਕਿਤਾਬਾਂ ਅਰਸਤੂ, ਪਲੇਟੋ, ਸੁਕਰਾਤ ਤੋਂ ਲੈ ਕੇ ਦੋਸਤੋਵਸਕੀ, ਲੈਨਨ ਤੇ ਦੁਨੀਆ ਭਰ ਦੇ ਵੋਲਟੇਅਰ, ਰੂਸੋ, ਫਰਾਂਸ ਦੀ ਕ੍ਰਾਂਤੀ ਦੇ ਫਿਲਾਸਫਰ, ਉਹਨਾਂ ਨੇ ਪੜ੍ਹੇ ਸੀ ਔਰ 404 ਪੇਜਾਂ ਦੀ ਆਪਣੇ ਨੋਟਸ ਜਿਹੜੇ ਆ ਉਹ ਛੱਡ ਕੇ ਗਏ। ਠੀਕ ਹੈ। ਅੱਛਾ, ਹੁਣ ਉਹ ਕਿਰਤੀ ਕਿਸਾਨਾਂ ਬਾਰੇ ਕੀ ਕਹਿੰਦੇ ਆ ਜੀ? ਮੈਂ ਉਹਨਾਂ ਦੇ ਉਸ ਗੱਲ ਦੇ ਬਾਰੇ, ਉਹਨਾਂ ਦੀਆਂ 2 ਚਿੱਠੀਆਂ, ਇੱਕ ਨੂੰ ਤਾਂ ਜਿਹੜੀ ਉਹਨਾਂ ਦੇ ਸ਼ਹੀਦੀ ਤੋਂ ਸਿਰਫ 1 ਮਹੀਨਾ 20 ਦਿਨ ਪਹਿਲਾਂ ਲਿਖੀ, 2 ਫਰਵਰੀ 1931 ਨੂੰ, ਸਾਰੇ ਹਿੰਦੁਸਤਾਨ ਦੇ ਨੌਜਵਾਨਾਂ ਦੇ ਨਾਮ ਜੀ। ਉਹਨੂੰ ਉਹਨਾਂ ਦੀ ਪੋਲੀਟੀਕਲ ਵਿਲ ਕਿਹਾ ਜਾਂਦਾ ਜੀ। ਇੱਕ ਉਸ ਚਿੱਠੀ ਦਾ ਜ਼ਿਕਰ ਕਰਾਂਗਾ। ਇੱਕ ਉਦੋਂ ਪਹਿਲਾਂ ਉਹਨਾਂ ਨੇ 1929 ਨੂੰ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਕਰਕੇ ਖੁਦ ਹੀ ਉਹ ਆਪਣੀ ਗ੍ਰਿਫਤਾਰੀ ਦਿੰਦੇ ਆ ਤੇ 19 ਅਕਤੂਬਰ ਨੂੰ 29 ਨੂੰ 6 ਮਹੀਨਿਆਂ ਬਾਅਦ ਉਹ ਪੰਜਾਬ ਦੇ ਸਟੂਡੈਂਟ ਜਿੰਨੇ ਵੀ ਸੀ, ਪੰਜਾਬ ਦੇ ਜਿੰਨੇ ਵੀ ਨੌਜਵਾਨ ਸੀ, ਉਹਨਾਂ ਦੇ ਨਾਂ ਇੱਕ ਚਿੱਠੀ ਲਿਖਦੇ ਆ। ਇਸ ਨਾਲ ਕੀ ਹੈ ਜੀ? ਹਾਂ, ਇਸ ਦੇ ਨਾਲ ਉਸ ਦਾ ਜ਼ਿਕਰ ਮੈਂ ਆਪਣੀ ਇਸ ਕਿਤਾਬ ਦੇ ਵਿੱਚ ਕੀਤਾ ਹੈ, ਜਿਹੜੀ ਕਿ ਮੈਂ 2006 'ਚ ਜੋ ਕਮਿਸ਼ਨਰ ਸੀ ਤੇ ਇਹਨਾਂ ਦੇ ਸ਼ਹੀਦੀ ਦਿਹਾੜਾ ਮਨਾਇਆ ਸੀ ਸਰਦਾਰ ਅਮਰਿੰਦਰ ਸਿੰਘ ਦੀ ਸਦਾਰਤ ਵਿੱਚ। ਤਾਂ ਉਦੋਂ ਇਹਨਾਂ ਨੇ ਬੜੇ ਵਾਅਦੇ ਇਹਨਾਂ ਨੇ ਕੀਤੇ। ਫਿਰ ਉਹਨਾਂ ਦੇ ਜਨਮ ਸ਼ਤਾਬਦੀ ਦੇ ਤੇ ਅਕਾਲੀ ਗੌਰਮੈਂਟ ਨੇ ਬੜੇ ਵਾਅਦੇ ਕੀਤੇ, ਪਰ ਉਹ ਵਾਅਦੇ ਕਦੇ ਵਫਾ ਨਹੀਂ ਹੋਏ। ਤੇ ਉਹਨਾਂ ਨੇ ਕੀ ਲਿਖਿਆ ਸੀ, ਫਿਰ ਆਪਾਂ ਆਪਣੀ ਇੰਟਰਵਿਊ ਸੰਕੋਚ ਸਕਦੇ ਹਾਂ। ਉਹਨਾਂ ਨੇ ਜੀ ਜਿਹੜੀ ਚਿੱਠੀ ਲਿਖੀ ਸੀ 19 ਅਕਤੂਬਰ ਨੂੰ, ਉਹਦੇ 'ਚ ਉਹਨਾਂ ਦੇ ਸ਼ਬਦਾਂ ਵਿੱਚ ਮੈਂ ਦੱਸਦਾ ਕਿ ਲੋਕਾਂ ਨੂੰ, ਤੁਹਾਨੂੰ, ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਨਾ ਲੱਗੇ ਵੀ ਇਹ ਮੈਂ ਲੇਖਕ ਦੇ ਤੌਰ 'ਤੇ ਆਪਣੇ ਸ਼ਬਦ ਬੋਲ ਰਿਹਾ। ਇਹ ਸੰਦੇਸ਼ਾ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਉਹਨਾਂ ਨੇ ਲਿਖਿਆ ਇਸ ਮਹੱਤਵਪੂਰਨ ਲਿਖਤ ਵਿੱਚ ਉਹਨਾਂ ਨੇ ਇਨਕਲਾਬ ਦੇ ਸੰਕਲਪ, ਸੰਘਰਸ਼ ਦੇ ਤਰੀਕਿਆਂ ਤੇ ਕਈ ਹੋਰ ਮੁੱਦਿਆਂ ਬਾਰੇ ਨਿਰਣੈ ਪੂਰਵਕ ਗੱਲਾਂ ਕੀਤੀਆਂ ਹਨ। ਉਹਨਾਂ ਨੇ ਕਿਹਾ, ਕੋਟ, ਮੈਂ ਭਾਵੇਂ ਇੱਕ ਆਤੰਕਵਾਦੀ ਦੇ ਤੌਰ 'ਤੇ ਕਾਰਵਾਈ ਕੀਤੀ, ਪਰੰਤੂ ਮੈਂ ਆਤੰਕਵਾਦੀ ਨਹੀਂ ਹਾਂ। ਮੈਂ ਤਾਂ ਅਜਿਹਾ ਇਨਕਲਾਬੀ ਹਾਂ ਜਿਸ ਕੋਲ ਇੱਕ ਲੰਬਾ ਪ੍ਰੋਗਰਾਮ ਤੇ ਉਸ ਬਾਰੇ ਸੁਨਿਸ਼ਚਿਤ ਵਿਚਾਰ ਹਨ। ਇਸ ਤੋਂ ਬਾਅਦ ਹੋਰ ਲੰਬਾ ਲਿਖਦੇ, ਉਸ ਨੂੰ ਸ਼ਾਰਟਨ ਕਰਦੇ ਹੋਏ ਕਹਿੰਦੇ ਆ, ਉਹਨਾਂ ਨੇ ਕਿਹਾ, ਸਾਨੂੰ ਪੇਸ਼ੇਵਰ ਕੁੱਲ ਵਕਤੀ ਕਾਰਕੁਨਾਂ ਦੀ ਲੋੜ ਹੈ, ਕਰਿੰਦਿਆਂ ਦੀ, ਵਰਕਰਾਂ ਦੀ। ਪਿੰਡਾਂ ਤੇ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਕਿਸਾਨ ਹੀ ਇਨਕਲਾਬ ਦੇ ਅਸਲ ਸਿਪਾਹੀ ਹਨ। ਇਸ ਤਰ੍ਹਾਂ 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟ ਦੀ ਕਾਂਗਰਸ ਨੂੰ ਭਗਤ ਸਿੰਘ ਜੇਲ੍ਹ ਵਿੱਚੋਂ ਸਰਦਾਰ ਭਗਤ ਸਿੰਘ ਨੇ ਜੇਲ੍ਹ ਵਿੱਚੋਂ ਇੱਕ ਸੰਦੇਸ਼ ਕਰ ਲਿਆ, ਜਿਸ ਵਿੱਚ ਉਹਨਾਂ ਨੇ ਫਿਰ ਲਿਖਿਆ, ਅੱਜ ਅਸੀਂ
ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਅਪਣਾਉਣ ਲਈ ਨਹੀਂ ਆਖ ਸਕਦੇ। ਇਹਨਾਂ ਨੇ ਉਦਯੋਗਿਕ ਖੇਤਰਾਂ ਦੀਆਂ ਗੰਦੀਆਂ ਬਸਤੀਆਂ ਤੇ ਪਿੰਡਾਂ ਦੀਆਂ ਝੁੱਗੀਆਂ 'ਚ ਰਹਿਣ ਵਾਲੇ ਕਰੋੜਾਂ ਲੋਕਾਂ ਨੂੰ ਜਗਾਉਣਾ ਹੈ। ਹੁਣ ਇਸ ਨੂੰ ਉਹਨਾਂ ਦੀ ਪੋਲੀਟੀਕਲ ਵਿਲ ਕਿਹਾ ਜਾਂਦਾ ਹੈ, ਉਹਨਾਂ ਦੀ ਪੋਲੀਟੀਕਲ ਵਸੀਅਤ ਕਿਹਾ ਜਾਂਦਾ ਹੈ, ਉਹਨਾਂ ਦੀ ਰਾਜਸੀ ਉਹਨਾਂ ਦੇ ਖਿਆਲਾਂ ਦੀ ਵਸੀਅਤ ਕਿਹਾ ਜਾਂਦਾ ਹੈ। ਆਪ ਹੀ ਹੁਣ ਆਪਾਂ ਸੋਚੀਏ ਜਗਤਾਰ ਭਾਜੀ ਕਿ ਅਸੀਂ ਤੇ ਸਾਥੋਂ ਵੱਧ ਸਾਡੇ ਲੀਡਰ ਜਿਹੜੇ ਸਾਨੂੰ ਜਿਨ੍ਹਾਂ ਦਾ ਕੰਮ ਹੈ ਸਾਨੂੰ ਮਾਰਗਦਰਸ਼ਨ ਦੇਣਾ, ਜਿਨ੍ਹਾਂ ਦਾ ਕੰਮ ਹੈ ਸਾਨੂੰ ਦਸ਼ਾ ਤੇ ਦਿਸ਼ਾ ਦੇਣੀ, ਕੀ ਸਾਨੂੰ ਕਿਸੇ ਨੂੰ ਇਹ ਉਹਨਾਂ ਦੀ ਫਿਲਾਸਫੀ ਬਾਰੇ ਪਤਾ ਹੈ ਜਾਂ ਅਸੀਂ ਅਮਲ ਕਰਦੇ ਹਾਂ? ਇਹ ਸਵਾਲ ਮੈਨੂੰ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਇੱਕ ਹੋਰ ਜਿਸ ਤਰ੍ਹਾਂ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਹੋ, ਜਿਸ ਤਰ੍ਹਾਂ ਕਿ ਉਹਨਾਂ ਦੀ ਵਸੀਅਤਨਾਮਾ ਸੀ, ਤਾਂ ਲੱਗਦਾ ਕਿ ਜਿਹੜਾ ਪੰਜਾਬ ਦਾ ਯੂਥ ਜਾਂ ਦੇਸ਼ ਦਾ ਯੂਥ ਆ ਉਹ ਸਿਰਫ ਭਗਤ ਸਿੰਘ ਦੀ ਆਪਣੀ ਕਾਰ ਤੇ ਫੋਟੋ ਲਾ ਦਿੰਦਾ, ਕਿਸੇ ਨੇ ਡਰਾਇੰਗ ਰੂਮ 'ਚ ਲਾ ਕੇ ਰੱਖ ਲਈ। ਅਸੀਂ ਇੱਦਾਂ ਦੇ ਜਿਹੜੇ ਯੋਧੇ ਸੀ ਉਹਨਾਂ ਨੂੰ ਸਿਰਫ ਫੋਟੋਆਂ ਤੱਕ ਸੀਮਿਤ ਰੱਖਤਾ ਜੀ। ਮੈਂ ਤਾਂ ਸ਼ੁਰੂ ਵਿੱਚ ਕਿਹਾ ਕਿ ਅਸੀਂ ਹੀਰੋ ਵਰਸ਼ਿਪਿੰਗ ਕਰਦੇ ਹਾਂ, ਅੱਛੀ ਗੱਲ ਹੈ ਹੀਰੋ ਵਰਸ਼ਿਪਿੰਗ, ਪਰ ਹੀਰੋ ਵਰਸ਼ਿਪਿੰਗ ਦੇ ਵਿੱਚ ਜਿਹੜੀ ਬੁੱਤ ਪ੍ਰਸਤੀ ਹੈ, ਜਿਹੜੀ ਬੁੱਤ ਪੂਜਾ ਜਿਸ ਨੂੰ ਸਿੱਖ ਫਲਸਫੇ ਤੋਂ ਗੁਰੂ ਨਾਨਕ ਦੇਵ ਤੋਂ ਹੀ ਨਕਾਰਿਆ ਗਿਆ, ਉਸ ਦੀ ਲੋੜ ਨਹੀਂ ਹੈ। ਲੋੜ ਹੈ ਉਹਨਾਂ ਦੇ ਹਸਤੀ ਨੂੰ, ਉਹਨਾਂ ਦੀ ਹੋਂਦ ਨੂੰ, ਉਹਨਾਂ ਦੇ ਕਾਰਨਾਮਿਆਂ ਨੂੰ ਮਨਾਂ 'ਚ ਵਸਾਉਣ ਦੀ ਤੇ ਉਸ 'ਤੇ ਅਮਲ ਕਰਨ ਦੀ ਮੇਰੇ ਵਿੱਚ। ਅੱਜ ਵੀ ਬਹੁਤ ਸਾਰੀਆਂ ਧਰਮ ਦੇ ਨਾਮ ਤੇ ਲੈ ਕੇ ਯਾਦਗਾਰਾਂ ਸਾਲਾਂ 'ਚ ਬਣ ਜਾਂਦੀਆਂ ਹੀ ਨੇ, ਪਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਜਿਹੜੀ ਯਾਦਗਾਰ ਉਸ ਪਿੰਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਸਟਰਕਸ਼ਨ ਦੇ ਅਧੀਨ ਕੰਮ ਚੱਲਦੀ ਆ ਰਹੀ ਹੈ। ਅਸੀਂ ਧਰਮ ਦੇ ਨਾਮ ਤੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਨਾਮ ਤੇ ਰਾਤੋਂ ਰਾਤ ਯਾਦਗਾਰਾਂ ਬਣਾ ਦਿੰਦੇ ਹੈਗੇ ਜੀ, ਰਾਤੋਂ ਰਾਤ ਛੁੱਟੀਆਂ ਵੀ ਅਨਾਉਂਸਮੈਂਟ ਕਰਦੇ ਨੇ, ਪਰ ਅਜਿਹੇ ਜਿਹੜੇ ਯੋਧੇ ਸੀ ਉਹ ਅਜੇ ਵੀ ਉਹਨਾਂ ਦੀ ਜਿਹੜੀ ਯਾਦਗਾਰ ਕੰਪਲੀਟ ਨਹੀਂ ਹੋ ਰਹੀ। ਦੇਖੋ ਜਿੱਥੋਂ ਤੱਕ ਤਾਂ ਉਹਨਾਂ ਦੀਆਂ ਯਾਦਗਾਰਾਂ ਬਣਾਉਣ ਦਾ ਤਾਲੁਕ ਹੈ, ਠੀਕ ਹੈ ਕਿ ਜਿਹੜੀ ਉਹਨਾਂ ਦੀ ਯਾਦਗਾਰ ਕੋਈ ਸਥਾਨ ਹੋਏਗਾ, ਜਿਵੇਂ ਹੁਣ ਹੁਸੈਨੀ ਵਾਲਾ ਉਹਨਾਂ ਦੇ ਤਿੰਨਾਂ ਦੀ ਸ਼ਹੀਦੀ ਅਖੀਰਲੀ ਜਿਹੜੀ ਕਹਿੰਦੇ ਨੇ ਸ਼ਹੀਦੀ ਸਥਲੀ ਹੈ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਲਾਹੌਰ ਸੈਂਟਰਲ ਜੇਲ੍ਹ ਤੋਂ ਲਿਆ ਕੇ, ਉੱਥੇ ਇੱਕ ਮੈਮੋਰੀਅਲ ਬਣਿਆ, ਠੀਕ ਹੈ। ਹੋਰ ਵੀ ਅਸੀਂ ਗੁਰਦੁਆਰੇ ਬਣਾਈ ਜਾਂਦੇ, ਸਭ ਕੁਝ ਬਣਾਏ ਨੇ, ਪਰ ਉਹ ਯਾਦਗਾਰਾਂ ਦੀਆਂ ਇੱਟਾਂ ਬੋਲਦੀਆਂ ਨਹੀਂ ਭਾਜੀ। ਉਹਨਾਂ ਇੱਟਾਂ ਨੂੰ ਬੁਲਾਉਣਾ ਪਏਗਾ, ਉੱਥੇ ਉਹਨਾਂ ਦੇ ਫਲਸਫੇ ਨੂੰ ਉਗੇੜਨਾ ਪਏਗਾ, ਉੱਥੇ ਉਹਨਾਂ ਦੇ ਬਾਰੇ ਜਾਣਕਾਰੀ ਦੇਣੀ ਪਏਗੀ। ਤੇ ਮੈਂ ਸ਼ੁਰੂ 'ਚ ਹੀ ਕਹਿ ਦਿੱਤਾ ਔਰ ਬੇਬਾਕੀ ਨਾਲ ਕਹਿ ਦਿੱਤਾ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਕੌਮ ਤੋਂ ਮੈਂ ਬਾਹਰ ਨਹੀਂ ਅਤੇ ਕੋਈ ਮੈਂ ਕੌਮ ਤੋਂ ਬਹੁਤ ਉੱਚਾ ਨਹੀਂ, ਕੌਮ ਦਾ ਇੱਕ ਛੋਟਾ ਜਿਹਾ ਜੁਜ਼, ਛੋਟਾ ਜਿਹਾ ਇੱਕ ਅੰਗ ਹੈ। ਅਤੇ ਉਹਦੇ ਵਿੱਚ ਮੈਂ ਕਹਿੰਦਾ ਕਿ ਸਾਡੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਬੇਟੇ ਸਵਾਰਥ ਪਰ ਸਵਾਰਥ ਦੀ ਥਾਂ 'ਤੇ ਉਹ ਸ਼ਹੀਦਾਂ ਮਰੀਦਾਂ ਦੀ ਪਰ ਸਵਾਰਥ ਸੀ, ਲੋਕ ਸੇਵਾ ਦਾ ਅਸਲੀ ਜਜ਼ਬਾ ਸੀ। ਅਸੀਂ ਕਿਤੇ ਨਾ ਕਿਤੇ ਬਹੁਤ ਮੌਕਾ ਪ੍ਰਸਤ ਹੋ ਗਏ ਹੈ, ਅਕਿਰਤਕਣ ਹੋ ਗਏ ਹੈ। ਅੱਛਾ, ਇੱਕ ਹੋਰ ਇਹਨਾਂ ਦੀ ਵਸੀਅਤਨਾਮੇ 'ਚ ਕਿਹਾ ਕਿ ਅਸੀਂ ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਝੁੱਗੀਆਂ ਤੋਂ ਦੇਸ਼ ਦਾ ਯੂਥ ਜਗਾਏਗਾ ਜੀ। ਅੱਜ ਵੀ ਕਿਸਾਨੀ ਅੰਦੋਲਨ ਨਾਲ ਕਿਰਤੀ ਲੋਕਾਂ ਦੀ ਗੱਲ ਕੀਤੀ ਹੈਗੀ, ਕਾਮਿਆਂ ਦੀ ਗੱਲ ਕੀਤੀ ਹੈਗੀ, ਦਿੱਲੀ ਦੀਆਂ ਬਰੂਹਾਂ 'ਤੇ ਕਿਉਂ ਤਾਂ ਪੂਰੇ ਇੰਡੀਆ ਦੇ ਵਿੱਚ ਹੀ ਲੋਕ ਬੈਠੇ। ਫਿਰ ਮੈਂ ਕਹਿੰਦਾ ਕਿ ਨੌਜਵਾਨਾਂ 'ਚ ਭਗਤ ਸਿੰਘ ਹੋਣਾ ਪ੍ਰਤੀ ਉਹਨਾਂ ਦੀ ਸੋਚ, ਉਹਨਾਂ ਦਾ ਫਲਸਫਾ, ਉਹਨਾਂ ਦੇ ਸਿਧਾਂਤ 'ਤੇ ਪਹਿਰਾ ਦੇ ਰਹੇ ਨੇ। ਲੋੜ ਪੈਂਦੀ ਯੂਥ ਉੱਤਰਦਾ ਮੈਦਾਨ ਦੇ ਵਿੱਚ, ਪਰ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਦੀ ਸਰਕਾਰਾਂ ਦੀ, ਉਹ ਤਾਂ ਲੱਗਦਾ ਕਿ ਉਹ ਵੀ ਕਿਰਤ ਕਰਨੀ ਹੈ। ਨਹੀਂ, ਬਿਲਕੁਲ ਮੈਂ ਜੇ ਕਹਾਂ ਕਿ ਅਸੀਂ ਸਾਰੇ 100% ਕਿਰਤਕਣ ਹੈ, ਜਦੋਂ ਅਸੀਂ ਇਨ ਜਨਰਲ ਗੱਲ ਕਰਦੇ ਹਾਂ, ਇੱਕ ਸਮੁੱਚੇ ਸਮਾਜ ਦੀ ਗੱਲ ਕਰਦੇ ਹਾਂ, ਤਾਂ ਉਸ ਦੇ ਵਿੱਚ ਜਿਹੜਾ ਬਹੁਤ ਇਹ ਜਿਹੜੇ ਸ਼ਹੀਦ ਮੁਰੀਦ ਹੋਏ ਹੈ, ਇਹ ਵੀ ਤਾਂ ਸਾਡੇ ਸਮਾਜ ਦਾ ਹਿੱਸਾ ਹੀ ਸੀ। ਹੁਣ ਵੀ ਕੁਰਬਾਨੀਆਂ ਵਾਲੇ ਲੋਕ ਹੈਗੇ। ਹੁਣ ਵੀ ਜੇ ਸਿੰਘੂ ਬਾਰਡਰ ਦਾ ਸਪੈਸੀਫਿਕਲੀ ਗੱਲ ਕਰੋ ਤੇ ਭਾਜੀ 4 ਮਹੀਨੇ ਮਾਈਨਸ 4 ਡਿਗਰੀ ਸੈਲਸੀਅਸ ਤੋਂ 8-9 ਡਿਗਰੀ ਤੱਕ ਜਿਹੜੇ ਬੈਠੇ ਲੋਕ, ਉਹਨਾਂ ਨੂੰ ਤੁਸੀਂ ਮਾੜੇ ਕਿਵੇਂ ਕਹੋਗੇ? ਇੱਥੇ ਗੱਲ ਤੁਸੀਂ ਖਾਸ ਤੌਰ 'ਤੇ ਨੌਜਵਾਨਾਂ ਦੀ ਗੱਲ ਕਰਦੇ ਹੋ, ਨੌਜਵਾਨ ਨਹੀਂ, ਖਾਸ ਤੌਰ 'ਤੇ ਤੁਸੀਂ ਨੌਜਵਾਨ ਵਰਗ ਦੀ ਬਿਲਕੁਲ ਜਿਹੜੇ ਉਹ ਭਗਤ ਸਿੰਘ ਦੀ ਸੋਚ ਨੂੰ ਜਾਂ ਉਹਨਾਂ ਯਾਦ ਨੂੰ ਲੈ ਕੇ ਚੱਲ ਰਿਹਾ, ਬਹੁਤ ਅੱਛਾ ਕਰ ਰਹੇ, ਪਰ ਉਹਦੇ ਵਿੱਚ ਜਿਹੜਾ ਉਹਨਾਂ ਦਾ ਫਿਜ਼ੀਕਲ ਵਜੂਦ ਹੈ ਨਾ, ਉਹ ਪ੍ਰੀਡੋਮੀਨੈਂਟ ਹੈ। ਔਰ ਉਸ ਵਜੂਦ ਦੇ ਵਿੱਚ ਉਹਨਾਂ ਦਾ ਇੱਕ ਵਾਰੀ ਪਿਸਤੌਲ ਚਲਾਉਣਾ ਜਿਸ ਨਾਲ ਸੈਂਡਰਸ ਨੂੰ ਮਾਰਿਆ, ਉਹ ਇੰਨਾ ਉੱਭਰ ਕੇ ਪ੍ਰੀਡੋਮੀਨੈਂਟ ਹੋ ਗਿਆ ਕਿ ਆਹ ਜਿਹੜੀ ਗੱਲ ਅੱਜ ਮੈਂ ਉਹਨਾਂ ਦੀ ਪੜ੍ਹ ਕੇ ਸੁਣਾਈ ਹੈ,
ਇਹ ਮੈਂ ਵੀ ਭਰਾਵਾ ਕਿਤੋਂ ਸਿੱਖੀ ਹੈ ਤੇ ਇਸ ਦੇ ਬਾਰੇ ਬਹੁਤੇ ਜਵਾਨਾਂ ਨੂੰ ਕਿ ਬੁੱਢਿਆਂ ਨੂੰ ਵੀ ਨਹੀਂ ਪਤਾ, ਬਹੁਤੇ ਅਫਸਰਾਂ ਨੂੰ ਨਹੀਂ ਪਤਾ, ਬਹੁਤੀਆਂ ਸਰਕਾਰਾਂ ਨੂੰ ਨਹੀਂ ਪਤਾ। ਤੇ ਜਿਹਨੂੰ ਪਤਾ ਹੈ, ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ, ਉਹ ਆਪਣਾ ਸੁੱਖ ਨਹੀਂ ਛੱਡਣਾ ਚਾਹੁੰਦਾ ਤੇ ਉਹਦੇ ਤੇ ਚੁੱਪ ਕਰਕੇ ਬਹਿਣਾ। ਹਾਂ, ਨਾਅਰੇ ਲਾਉਣ ਨੂੰ ਅਸੀਂ ਸ਼ਹੀਦੋਂ ਕੀ ਚਿਤਾਓਂ पे लगेंगे हर बरस मेले, ਇੱਕ ਗੱਲ ਇਹ ਕਹਿਣੋਂ ਹਟਦੇ ਹੀ ਨਹੀਂ। ਅੱਛਾ, ਤੇ ਜਦੋਂ 1907 ਦੇ ਚ ਇਹਨਾਂ ਦੀ ਸ਼ਤਾਬਦੀ ਮਨਾਈ ਖਟਕੜ ਕਲਾਂ, ਉਦੋਂ ਨਸ਼ਾ ਮੁਕਤ ਕਰਤਾ ਸਾਰਾ ਪੰਜਾਬ ਤੇ ਨਵਾਂ ਸ਼ਹਿਰ। ਉਹ ਮੇਰੇ ਖਿਆਲ 5 ਦਿਨਾਂ ਤੇ 5 ਦਿਨ ਤੋਂ ਬਹੁਤੇ ਭਰਾਵਾ 3 ਦਿਨ ਹੀ ਮਸਾਂ ਨਸ਼ਾ ਮੁਕਤ ਹੋਇਆ ਹੋਣਾ ਸ਼ਾਇਦ। ਤਾਂ ਇੱਥੇ ਆ ਕੇ ਨੌਜਵਾਨਾਂ ਨੂੰ, ਤੁਹਾਨੂੰ, ਮੈਨੂੰ ਇੱਕ ਸਮਝਣ ਦੀ ਲੋੜ ਹੈ ਕਿ ਜਿੰਨੇ ਵੀ ਸ਼ਹੀਦ ਮੁਰੀਦ ਹੋਏ ਨਾ, ਇਹਨਾਂ ਦੀ ਸਟਰਗਲ ਦੇ ਪਿੱਛੇ ਜਿਹੜਾ ਇਹਨਾਂ ਦਾ ਫਲਸਫਾ ਸੀ, ਉਸ ਤੇ ਪਹਿਰਾ ਦਿਓ, ਨਾ ਕਿ ਉਹਨਾਂ ਦਾ ਬੰਬ ਪਿਸਤੌਲ ਵਾਲਾ ਰੂਪ ਨਾ ਪ੍ਰੀਡੋਮੀਨੇਟ ਇੱਕ ਕਰੋ। ਹੋਰ ਦੱਸੋ ਜੀ, ਹਜੇ ਤੱਕ ਤੇ ਸਾਡੀ ਸਰਕਾਰ ਨੇ ਇੰਨੀ ਦੇਸ਼ ਨੂੰ ਜ਼ਿਆਦਾ 74 75 ਵਰੇ ਹੋ ਚੁੱਕੇ ਨੇ, ਇੱਥੇ ਤੈਨੂੰ ਸ਼ਹੀਦ ਦਾ ਦਰਜਾ ਵੀ ਨਹੀਂ, ਅੱਜ ਤਾਂ 80 ਹੋ ਗਏ, ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਸਰਕਾਰ ਨੇ। ਅੱਜ 80 ਹੋ ਗਏ ਅੱਜ ਦੇ ਦਿਨ। 69 ਤੇ 20 ਕਿੰਨੇ ਹੁੰਦੇ ਆ? ਮੈਂ ਅੱਜ 90 ਹੋ ਗਏ। ਮੈਂ ਸਰਕਾਰਾਂ ਦੀ ਗੱਲ ਕਰਾਂ, ਆਜ਼ਾਦ ਭਾਰਤ ਦੀ ਗੱਲ ਕਰਦਾ ਕਿ ਇੰਨੀਆਂ ਹੀ ਸਰਕਾਰਾਂ ਹੰਡਾਲੀਆਂ ਸਰਕਾਰਾਂ ਚੁਣ ਲਈਆਂ ਹੈਗੀਆਂ, ਅਜੇ ਤੱਕ ਸ਼ਹੀਦ ਦਾ ਦਰਜਾ ਨਹੀਂ ਅਸੀਂ ਪਾਰਲੀਮੈਂਟ 'ਚ ਦੇ ਸਕਦੇ। ਮੈਂ ਉਹੀ ਗੱਲ ਕਰਦਾ ਕਿ ਅੱਜ 90ਵਾਂ ਸਾਲ ਹੈ। ਤੁਸੀਂ ਪਹਿਲਾਂ 75 ਕਿਹਾ ਸੀ, ਮੈਂ ਆਜ਼ਾਦ ਹੋਇਆ ਭਾਰਤ ਨੂੰ, ਮੈਂ ਆਜ਼ਾਦ 1947 ਤੋਂ ਲੈ ਕੇ ਹੁਣ ਤੱਕ ਮੈਂ ਉਹਨਾਂ ਦੀ 47 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ? 53 ਤੇ 20 73 ਸਾਲ ਤੋਂ ਉਵੇਂ ਹੋ ਗਏ ਮੇਰੇ ਵੀਰ। ਅੱਛਾ, 75 ਹੀ ਹੋ ਗਏ। ਅੱਛਾ, ਐਨੀਵੇ ਛੱਡੋ ਇਹ ਗੱਲਾਂ ਨੂੰ। ਕਿਉਂ ਨਹੀਂ ਦੇ ਸਕੇ? ਉਹੀ ਨਹੀਂ ਦੇ ਸਕੇ ਕਿ ਬਈ ਆ ਸਾਡਾ ਨਿੱਜ ਇੰਨਾ ਹਾਵੀ ਹੋ ਗਿਆ ਕਿ ਜਦੋਂ ਲੋੜ ਪੈਂਦੀ ਹੈ ਗੁਰਪੁਰਬ ਤੇ ਸਰਬੰਸ ਦਾਨ ਦੀ ਗੱਲ ਕਰ ਲੈਂਦੇ ਆ, ਛੋਟੇ ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰ ਲੈਂਦੇ ਆ, 300 ਸਾਲਾ ਮਨਾ ਲੈਂਦੇ ਆ, ਜਿਸ ਦਾ ਮੈਂ ਹਿੱਸਾ ਰਿਹਾ, ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਹਿੱਸਾ ਰਿਹਾ। ਪਰ ਉਸ ਸ਼ਤਾਬਦੀਆਂ ਦਾ ਸਣੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਤਾਬਦੀ ਦਾ ਜਿਹੜਾ ਅਸੀਂ ਉਹਨਾਂ ਦੀ ਜਨਮ ਸ਼ਤਾਬਦੀ ਮਨਾਈ ਸੀ 28 ਸਤੰਬਰ 2007 ਵਿੱਚ, ਠੀਕ ਹੈ ਨਾ, ਉਹਦੇ ਵਿੱਚ ਅਸੀਂ ਉਹਨਾਂ ਦਾ, ਮੈਂ ਫਿਰ ਉਹੀ ਗੱਲ ਕਰਨਾ, ਅੱਜ ਤੱਕ ਫਿਰ ਉਸ ਗੱਲ ਨੂੰ 14 ਸਾਲ ਹੋ ਗਏ। ਇੱਕ ਪੂਰਾ ਬਨਵਾਸ ਕੱਟਿਆ ਗਿਆ, ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ ਉਹ ਨਹੀਂ ਸੁਣੀ ਜਾ ਰਹੀ। ਹਾਂ, ਫਿਰ ਮੈਂ ਰਿਪੀਟ ਕਰਦਾ ਕਿ ਜਿਹੜੇ ਅੰਦੋਲਨਕਾਰੀ ਸਾਡੇ ਹੈਗੇ ਆ, ਆਪਣੇ ਲਈ ਨਹੀਂ, ਆਉਣ ਵਾਲੀਆਂ ਜਨਰੇਸ਼ਨ ਦੇ ਲਈ, ਜ਼ਮੀਨੀ ਹੱਕਾਂ ਲਈ ਲੜ ਰਹੇ ਨੇ, ਉਹਨਾਂ ਦੇ ਵਿੱਚ ਨੌਜਵਾਨ ਬਿਲਕੁਲ ਭਗਤ ਸਿੰਘ ਸਾਹਿਬ ਤੇ ਉਹਨਾਂ ਦੇ ਚਾਚਾ ਅਜੀਤ ਸਿੰਘ ਨੂੰ ਯਾਦ ਕਰਨ। ਪਰ ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਕਿਰਤੀਆਂ ਦੀ, ਕਾਮਿਆਂ ਦੀ, ਮਜ਼ਦੂਰਾਂ ਦੇ ਪਛਾਣ ਕਰੋ, ਕਦਰ ਕਰੋ, ਉਹਨਾਂ ਨੂੰ ਬਿਹਤਰ ਕਰੋ। ਇੱਕ ਗੱਲ ਹੋਰ, ਆਰਐਸ ਦੇ ਸਾਵਰਕਰ ਨੂੰ ਤੋਂ ਲੈ ਕੇ ਜਿਨ੍ਹਾਂ ਕਹਿ ਕੇ ਅੰਗਰੇਜ਼ਾਂ ਤੋਂ ਮਾਫੀ ਮੰਗੀ, ਉਹਨਾਂ ਨੂੰ ਤਾਂ ਭਾਰਤ ਰਤਨ ਦੀ ਮੰਗ ਉੱਠ ਰਹੀ ਹੈਗੀ ਹੈ। ਜਿਨ੍ਹਾਂ ਨੇ ਮਾਫੀ ਨਹੀਂ ਮੰਗੀ, ਅਸੀਂ ਇਹਨਾਂ ਦੇ ਕਰਕੇ ਆਜ਼ਾਦ ਹੋਏ ਨੇ, ਉਹਨਾਂ ਨੂੰ ਅਸੀਂ ਸ਼ਹੀਦ ਦਾ ਦਰਜਾ ਨਹੀਂ ਦੇ ਰਹੇ, ਅਸੀਂ ਉਹਨਾਂ ਨੂੰ ਭਾਰਤ ਰਤਨ ਦੀ ਦੇ ਦੇ ਜਾਗੇ। ਭਗਤ ਸਿੰਘ ਵਾਸਤੇ ਭਾਰਤ ਰਤਨ ਕੋਈ ਮਾਇਨੇ ਨਹੀਂ ਰੱਖਦਾ ਹੈਗਾ। ਅੱਛਾ, ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈ। ਤਗੜੇ ਦਾ 27 20 ਹੀ 100 ਸੁਣੇ, ਜਿਹੜੇ ਪ੍ਰੈਜ਼ੈਂਟ ਜਨਰੇਸ਼ਨ ਨੂੰ ਸਮਝਾਉਣ ਲਈ 7 into 20 ਹੁੰਦੇ ਤਾਂ 140 ਹੈ, ਤੇ ਜਿਹੜਾ ਤਗੜਾ ਹੈ ਨਾ, ਉਹ ਕਹਿੰਦਾ ਨਹੀਂ 100 ਹੁੰਦੇ ਆ, ਵੀ 7 into 20 76 ਮਾਰ ਕੇ ਉਹ 140 ਨਹੀਂ ਕਹਿੰਦਾ, ਉਹ ਕਹਿੰਦਾ ਨਹੀਂ ਨਹੀਂ ਨਹੀਂ, ਇਹ 100 ਹੀ ਵੱਜੇ ਅਜੇ ਤੱਕ। ਉਹਨੂੰ ਕਹਿੰਦੇ 27 20 100, ਭਾਈ ਉਹ ਹੈ ਤਗੜਿਆਂ ਦਾ 27 20 100। ਹਾਂ, ਇੱਕ ਗੱਲ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਪੇਸ਼ੀਨ ਗੋਈ ਸੀ, ਕਦੋਂ? 2 ਫਰਵਰੀ 1931 ਸ਼ਹੀਦੀ ਤੋਂ ਇੱਕ ਮਹੀਨਾ 20 ਦਿਨ ਪਹਿਲਾਂ ਉਹ ਕਿਹਾ ਸੀ ਕਿ ਮੈਨੂੰ ਕੋਈ ਸ਼ੱਕ ਨਹੀਂ, ਆਈ ਕੋਟ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਕਿ ਮੈਨੂੰ ਕੋਈ ਸ਼ੱਕ ਨਹੀਂ ਕਿ ਭਾਰਤ ਆਜ਼ਾਦ ਹੋ ਜਾਵੇਗਾ, ਪਰ ਸ਼ੰਕਾ ਹੈ ਕਿ ਜਦੋਂ ਭਾਰਤ ਆਜ਼ਾਦ ਹੋ ਜਾਏਗਾ, ਗੋਰੇ ਸਾਹਿਬ ਚਲੇ ਜਾਣਗੇ, ਬਰਾਊਨ ਸਾਹਿਬ ਇੱਥੇ ਆ ਜਾਣਗੇ, ਤੇ ਕਿਰਤੀਆਂ ਦੀ, ਕਾਮਿਆਂ ਦੀ, ਮਜ਼ਦੂਰਾਂ ਦਾ ਸ਼ੋਸ਼ਣ ਉਸ ਤਰ੍ਹਾਂ ਹੀ ਹੁੰਦਾ ਰਹੇਗਾ। ਜੇ ਇਹਨਾਂ ਨੇ ਆਪਣੇ ਕਿਰਦਾਰ ਦੇ ਵਿੱਚ ਬਦਲੀ ਨਾ ਕੀਤੀ ਤਾਂ ਉਹ ਸ਼ੋਸ਼ਣ ਉਸ ਤਰ੍ਹਾਂ ਹੀ ਹੁੰਦਾ ਰਹੇ। ਕਿੱਡੀ ਵੱਡੀ ਪੇਸ਼ੀਨਗੋਈ ਅੱਜ ਤੁਹਾਨੂੰ ਸੱਚੀ ਨਹੀਂ ਹੁੰਦੀ? ਬਿਲਕੁਲ ਬਿਲਕੁਲ ਜੀ ਜੀ, ਚਲੋ ਬਹੁਤ ਬਹੁਤ ਮਿਹਰਬਾਨੀ ਜੀ। ਸਰਦਾਰ ਕੁਲਬੀਰ ਸਿੰਘ ਸਿੱਧੂ ਔਰ ਆਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਲਾਜ਼ਮੀ ਤੌਰ ਤੇ ਹਰ ਸੂਬਾ ਸਰਕਾਰ ਔਰ ਸੈਂਟਰ ਲੈਵਲ ਤੇ ਮਨਾਇਆ ਜਾ ਰਿਹਾ, ਪਰ ਗੱਲ ਇਹ ਆ, ਉਹ ਜਿਹੜੇ ਸਾਡੇ ਪਰਵਾਨੇ ਸੀ, ਸਾਡੇ ਜਿਹੜੇ ਯੋਧੇ ਸੀ, ਸੂਰਵੀਰ ਸੀ,
ਜਿਹੜੀ ਉਹਨਾਂ ਨੇ ਸਮਾਜ, ਉਸ ਸਮਾਜ ਦੀ ਸਿਰਜਣਾ ਕੀਤੀ ਕਿ ਉਹ ਸਮਾਜ ਇੱਕ ਬਹੁਤ ਵੱਡਾ ਸਵਾਲ ਆ, ਔਰ ਇਸ ਸਵਾਲ ਦਾ ਜਵਾਬ ਅਸੀਂ ਪਿਛਲੇ 75 ਸਾਲਾਂ ਤੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।